अस्सलाम वालेकुम। प्रोग्राम ਹੁੰਗਾਰਾ ਨਾਲ ਤਾਹਿਰ ਅਹਿਮਦ ਪੱਟੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੁਸੀਂ ਬੱਕਰਿਆਂ ਸ਼ੱਕਰਿਆਂ ਵਾਲਾ ਤਮਾਸ਼ਾ ਵੇਖ ਲਿਆ। ਉਹਦਾ ਜਿਹੜਾ ਪਹਿਲਾ ਇਤਜਾਜ ਸੀ ਨਾ ਉਹ ਤਾਂ ਇਹ ਸੀ ਕਿ ਇਹਨਾਂ 'ਤੇ ਗੱਲ ਹੀ ਨਾ ਕਰੋ, ਕਿਉਂਕਿ ਗੱਲ ਤਾਂ ਕੀਤੀ ਜਾਂਦੀ ਹੈ ਕਿਸੇ ਲੈਵਲ 'ਤੇ ਕੋਈ ਗੱਲ ਹੋਵੇ ਨਾ ਤਾਂ ਉਹਦੇ 'ਤੇ ਬੰਦਾ ਗੱਲ ਵੀ ਕਰਦਾ। ਜਦੋਂ ਇੱਕ ਕੌਮ, ਇੱਕ ਰਿਆਸਤ ਔਰ ਇੱਕ ਮੁਆਸ਼ਰਾ बिल्कुल गटर च जा पवे तो ਉਹਦੇ ਪਿੱਛੇ अगर ਉਹਦਾ ਤੁਸੀਂ ਜਾ ਕੇ ਤੇ ਜਵਾਬ ਦੇਣਾ ਜਾਂ ਉਹਦੇ ਨਾਲ ਇੰਗੇਜ ਹੋਣਾ ਤੇ ਇਹਦਾ ਮਤਲਬ ਇਹ ਵੇ ਕਿ ਤੁਹਾਨੂੰ ਵੀ ਉਸੇ ਗਟਰ 'ਚ ਉਤਰਨਾ ਪਵੇਗਾ। ਅਸੀਂ ਭਾਈ ਤੁਸੀਂ ਜਿੱਤੇ ਅਸੀਂ ਹਾਰੇ ਇਸ ਪੁਆਇੰਟ ਦੇ ਤਹਿਤ ਕਿ ਜੇ ਤੁਸੀਂ ਗਟਰ ਦੀ ਤਹਿ 'ਚ ਉਤਰ ਕੇ ਬਕਵਾਸ ਕਰਨੀ ਔਰ ਉਸ ਲੈਵਲ ਤੱਕ ਹੀ ਤੁਸੀਂ ਚਲੇ ਗਏ ਹੋ ਤੇ ਫਿਰ ਤੁਸੀਂ ਜਿੱਤੋ। ਵੀ ਆਰ ਨਾਟ ਇਨਟੂ दैट। ਉਹਦੇ 'ਚ ਤੇ ਅਸੀਂ ਤੁਹਾਡੇ ਨਾਲ ਬਿਲਕੁਲ ਉਸ ਮੁਕਾਬਲੇ 'ਚ ਆ ਹੀ ਨਹੀਂ ਸਕਦੇ, ਕਿਉਂਕਿ ਦਾਨਿਸ਼ਵਰੀਆਂ ਉੱਥੇ ਪਈਆਂ ਨੇ, ਸਿਆਣਪਾਂ ਉੱਥੇ ਕੱਟੇ ਵੱਛੇ ਵੇਚਦੀਆਂ ਫਿਰਦੀਆਂ ਨੇ ਔਰ ਇਸ ਵਕਤ ਯਾਨੀ ਇੱਕ ਨੰਬਰ 1 ਉਹ ਨੰਬਰ 1 ਦੀ ਫੀਮ ਖਾ ਕੇ ਹੁਣ ਉਸ ਨਤੀਜੇ 'ਤੇ ਪਹੁੰਚ ਗਏ ਹੋ ਕਿ ਤੁਹਾਡੇ ਗੁਆਂਢ ਗਾਵਾਂ ਦਾ ਗੋਸ਼ਤ ਬਰਾਮਦ ਹੁੰਦਾ ਹੈ ਔਰ ਉਹ ਹਿੰਦੂ ਇੰਤਹਾ ਪਸੰਦ ਉੱਥੇ ਉਹ ਕੋਠੇ ਢਾਂਦੇ ਨੇ, ਜਾ ਕੇ ਛਾਪੇ ਵੱਜਦੇ ਨੇ ਔਰ ਹਕੂਮਤ ਜਿਹੜੀ ਉਹ ਕੁਝ ਨਹੀਂ ਵੀ ਕਰ ਸਕਦੀ ਹੁੰਦੀ। ਉਹ ਹੀ ਹਰਕਤ ਤੁਸੀਂ ਇੱਥੇ ਕਰਨ ਲੱਗ ਪਏ ਜੀ, ਬੱਕਰਿਆਂ ਦਾ ਗੋਸ਼ਤ ਬਰਾਮਦ ਹੋ ਗਿਆ, ਸ਼ਰਮ ਨਹੀਂ ਆਈ। ਅੱਛਾ, ਹੁਣ ਕਿ ਇਹ ਤੁਹਾਡੇ ਕੋਲ ਤਾਂ ਕਿਸੇ ਨੇ ਨਹੀਂ ਪੁੱਛਣਾ ਨਾ। ਜਿਹੜਾ ਤਬਕਾ ਇਹ ਹਰਕਤ ਕਰਦਾ ਪਿਆ, ਮੈਂ ਉਸ ਤਬਕੇ ਨੂੰ ਉਹਨਾਂ ਕਸੂਰਵਾਰ ਨਹੀਂ ਠਹਿਰਾਂਦਾ ਜਿੰਨਾ ਉਹਨਾਂ ਫੈਸਲਾ ਸਾਜ਼ ਔਰ ਉਹਨਾਂ ਲੀਡਰੀ ਦੀ ਕਲਗੀਆਂ ਲਾ ਕੇ ਫਿਰਨ ਵਾਲੇ ਜਿਹੜੇ ਨੇ, ਜਿਹੜੇ ਅਸਲ ਵਿੱਚ ਜ਼ਿੰਮੇਦਾਰ ਨੇ। ਹੋਇਆ ਕਿ ਕੁੱਤਾ ਹਲਕਾ ਹੋ ਗਿਆ, ਉਹਦੇ ਤੋਂ ਨੁਕਸੇ ਅਮਨ ਦਾ ਖਤਰਾ। ਅੱਜ ਮੈਂ ਤੁਹਾਨੂੰ ਜ਼ਰਾ ਜਿਹੜੇ ਡਿਪਟੀ ਕਮਿਸ਼ਨਰਾਂ ਨੇ ਫੈਸਲੇ ਕੀਤੇ ਨੇ ਉਹਦਾ ਤਰਜਮਾ ਤਾਂ ਕਰਕੇ ਦਿਆਂ। ਡਿਪਟੀ ਕਮਿਸ਼ਨਰ ਕਈਆਂ ਜ਼ਿਲ੍ਹਿਆਂ ਦੇ ਜਾਂ ਅਸਿਸਟੈਂਟ ਕਮਿਸ਼ਨਰ ਜਾਂ ਇਹਨਾਂ ਦੀ IG ਪੰਜਾਬ ਦੇ ਮੁਰਾਸਲੇ ਪੜ੍ਹੇ ਸਨ ਸਾਰੇ। ਉਹ ਤਾਂ ਅੱਗੋਂ ਕੋਈ ਰਿਆਸਤ ਹੁੰਦੀ, ਅੱਗੋਂ ਕੋਈ ਬੰਦਿਆਂ ਵਾਲਾ ਸੈਟਅਪ ਹੁੰਦਾ, ਕੋਈ ਇਨਸਾਨਾਂ ਦੀ ਸਤ੍ਹਾ ਹੁੰਦੀ ਜ਼ਿਹਨਾਂ 'ਚ, ਤੇ ਬੰਦਾ ਉਹਦਾ ਇੱਕ ਦਾ ਜਵਾਬ ਦਿੰਦਾ ਕਿ ਜਨਾਬ IG ਸਾਹਿਬ ਜਾਂ ਚੀਫ ਸੈਕਟਰੀ ਸਾਹਿਬ, ਉਹ ਤੁਸੀਂ ਤੇ CSS ਕੀਤੀ ਸੀ, ਉੱਥੇ ਤੁਹਾਨੂੰ ਚੰਗੀਆਂ ਭਲੀਆਂ ਟ੍ਰੇਨਿੰਗਾਂ ਕਰਵਾਈਆਂ ਗਈਆਂ ਸਨ, ਤੁਹਾਨੂੰ ਕੋਰਸਪੋਂਡੈਂਸ ਦਾ ਤੇ ਡਿਪਲੋਮੈਟਿਕ ਔਰ ਸਿਚੁਏਸ਼ਨ ਨੂੰ ਹੈਂਡਲ ਕਰਨ ਵਾਲੀ ਜਿਹੜੀ ਲੈਂਗੁਏਜ ਉਹ ਸਾਰਾ ਸਿਖਾਈ ਗਈ ਸੀ। ਇਹ ਤੁਸੀਂ ਲੈਵਲ ਕਿਹੜੇ 'ਤੇ ਉੱਤਰ ਆਏ ਹੋ, ਕਿਹੜੇ ਪਾਸੇ ਉੱਠ ਕੇ ਖਲੋ ਗਏ ਹੋ। ਲੇਕਿਨ ਚੂੰਕਿ ਉਸ ਲੈਵਲ ਤੋਂ ਮੁਆਸ਼ਰਾ, ਮੁਲਕ, ਕੌਮ, ਬਿਊਰੋਕਰੇਸੀ, ਇੰਤਜ਼ਾਮੀਆ ਹਰ ਸ਼ੈ ਬਹੁਤ ਥੱਲੇ ਜਾ ਚੁੱਕੀ ਹੈ। ਲਿਹਾਜ਼ਾ ਉਹਨਾਂ ਨੂੰ ਕੀ ਦੱਸੇ ਬੰਦਾ। ਮੇਰੇ ਬਜ਼ੁਰਗ ਦਾਦਾ ਜੀ ਆਂਦੇ ਹੁੰਦੇ ਸਨ, ਜਿਹਨੂੰ ਤੁਸੀਂ ਬੈਠੇ ਨਜ਼ਰ ਨਹੀਂ ਪਏ ਹੁੰਦੇ ਉਹਨੂੰ ਉੱਠ ਕੇ ਖਲੋ ਕੇ ਆਪਣਾ ਆਪ ਕੀ ਵਿਖਾਣਾ ਵੀ ਤੁਸੀਂ। ਇਹਦਾ ਮਤਲਬ ਇਹ ਵੇ ਕਿ ਉਹਨਾਂ ਨੇ ਡਿਸਾਈਡ ਕਰ ਲਿਆ ਸੀ ਔਰ ਇੱਕ ਤੇ ਨੇ ਨਾ ਉਹਨਾਂ ਖਤਾਂ ਦੇ ਉੱਤੇ ਸਾਈਨ ਕਰਨ ਵਾਲੇ ਅਫਸਰਾਨ, ਕੋਈ 17ਵੇਂ ਦਾ, ਕੋਈ 18ਵੇਂ ਗ੍ਰੇਡ ਦਾ, ਕੋਈ 19ਵੇਂ ਦਾ, ਕੋਈ 20-21 ਗ੍ਰੇਡ ਵਾਲਿਆਂ ਦੋ ਚੋਂ ਨਾਲ ਮੇਰੀ ਵੀ ਗੱਲ ਹੋਈ ਹੈ। ਉਹ ਕੰਨਾਂ ਨੂੰ ਹੱਥ ਲਾਈ ਬੈਠੇ ਨੇ। ਉਹ ਪਾਕਿਸਤਾਨ ਤੋਂ ਮਾਯੂਸ ਹੋ ਕੇ ਉੱਥੇ ਹਾਲੀ ਔਨ ਜੌਬ ਨੇ, ਲੇਕਿਨ ਉਹ ਆਂਦੇ ਨੇ ਗੱਲ ਮੁੱਕ ਗਈ ਹੈ। ਗੱਲ ਇਹ ਵੀ ਮੁਹੰਮਦ ਬਖਸ਼ਾ ਵਿੱਚੋਂ ਗਈ ਹੈ ਮੁੱਕ। ਅੱਧੇ ਇਲਾਕੇ 'ਚ ਪੀੜ ਜੀ ਹੁੰਦੀ, ਲੋਕੀ ਆਂਦੇ ਚੁੱਕ। ਹੁਣ ਚੁੱਕ ਨਹੀਂ ਪਈ, ਗੱਲ ਇਹ ਵੇ ਮੁਹੰਮਦ ਬਖਸ਼ਾ ਵਿੱਚੋਂ ਗਈ ਹੈ ਮੁੱਕ। ਉਸ DCਆਂ ਦੇ ਜਾਂ ਉਹਨਾਂ IGਆਂ ਦੇ ਜਾਂ ਉਹਨਾਂ ਹੋਮ ਸੈਕਟਰੀਆਂ ਦੇ ਜਰਾ ਇੰਟੀਰੀਅਰ ਮਿਨਿਸਟਰੀ ਦੇ ਜਿਹੜੇ ਕਰਤੇ ਧਰਤੇ ਨੇ ਉਹਨਾਂ ਦੇ ਫਿਕਰੇ ਦਾ ਹੁਣ ਮੈਂ ਤਰਜਮਾ ਕਰਕੇ ਦੇਣਾ। ਕੁੱਤਾ ਹਲਕਾ ਹੋ ਜਾਏ, ਉਹ ਮੁਆਸ਼ਰੇ 'ਚ ਛੁੱਟ ਪਵੇ ਤੇ ਨੁਕਸੇ ਅਮਨ ਦਾ ਤਾਂ ਮਸਲਾ ਬਣ ਜਾਂਦਾ। ਉਹਨੇ ਕਿਨਾਂ ਦੇ ਅਣਜਾਣਿਆਂ ਨੂੰ ਵੱਢਣਾ, ਕਿਸੇ ਦੀ ਲੱਤ ਚੀਰਨੀ ਹੈ, ਕਿਸੇ ਦੇ ਦਿਵਾਲੇ ਹੋਣਾ, ਹਾਹਾਕਾਰ ਮਚਣੀ ਹੈ, ਲਾਅ ਐਂਡ ਆਰਡਰ ਦਾ ਮਸਲਾ ਤੇ ਉੱਥੇ ਉਸ ਪਿੰਡ 'ਚ ਪੈਦਾ ਹੋ ਜਾਂਦਾ। ਤੁਹਾਡੇ CSS ਦੇ ਸਿਰ 'ਚ ਤਾਂ ਖੈਰ ਕੁੱਤੇ ਪਿਸ਼ਾਬ ਕਰ ਗਏ ਨੇ, ਲੇਕਿਨ ਉਸ ਤੋਂ ਪਹਿਲਾਂ ਦੇ ਜਿਹੜਾ ਆਮ ਆਦਮੀ ਸੀ,
आम इंसानी जिहड़ा कट्टे वच्छे का काम करने वाला डंगर चारन वाला जिहड़ा जिमीदार या पट्ठे वड्ड सी उन्होंने भी इन्ना शऊर सी कि जिहड़े वेले कुत्ता हल्का हो जाए उस वेले नुक्से अमन का मसला हल करने का तरीका ये नहीं हुंदा कि अगों जिहड़े लोकां दे अयाणे ते बीवी बच्चे तो उन्हां दे उस मुल्क दी उस शहर दी या उस पिंड दी या उस महल्ले की जिहड़ी आबादी है उन्होंने देश निकाला दे दो कि दफा हो जाओ इथों निकल जाओ भाई, क्योंकि नुक्से अमन का मसला पैदा हो रहा। वो कुत्ता मारो भाई उत्थे ओहदे मगर डांगा लैके लगो। तुसां की कीता? तुसां डाले अपने नाल दिते, पुलिस नाल दिती, आओ तुसीं इन्हां दे घरां चों गोश्त बरामद करना, असीं तुहाडे नाल चलने। ये आंदे पे ने असां कुर्बानी नहीं करन देनी, लिहाजा नुक्से अमन का मसला पैदा होवे दा हल उहदा की कढ़िया जी? पहले ही 4 दिन पहला चकवाल तो या जिले तमाशा लगन का डर सी, उत्थे बंदे अहमदियां दे फड़ के पहला जेल बंद कर दो। ये करके तुसां साबित की कीता? कुर्बानी वाल मैं बाद आउना। कुर्बानी बकरे कोने कोई काम है जो काम है, मतलब उस तरह तो करके वेखो कितनी वड्डी लिस्ट पिछों टुरी आउंदी। नमाज, रोज़ा, हज, ज़कात, कलमा तय्यबा, या इनू तरतीब वाल उंज टुरो कलमा तय्यबा, नमाज, रोज़ा, हज, ज़कात, ये 5 ने ना अरकाने ईमान। ते दूजे जिहड़े ने अरकाने इस्लाम, आमन तो बिल्ला व मलाइकाते व कुतुबे व रसूले व कदरे खैर शर, इन्हां सारियां च किते बकरियां दा या गावां दी कुर्बानी दा या ऊठां दा नां है तो किसी इस्लाम की बुनियाद नाल ते दा उस तरह तल्लुक ही कोई नहीं। सुन्नत इब्राहिमी के तौर पर उस चीज़ नूं यादगार नूं अगे लियाउणा है तो उस मुआशरे का वो हिस्सा है, ठीक है मन लई गल, लेकिन इहदा तुहाडे ईमानियात की उस बुनियादी हैसीयत नाल ते तल्लुक ही कोई नहीं। जे है तो दसो कित्थे जे? तुसां की कीता? तुसां कीता ये वे कि पहला तुसां आख्या असीं इन्हां नूं चंगे भले मुसलमान ही, असीं इन्हां नूं मुसलमान नहीं मनना। इस गल ते असैंबली बह गई और वो पूरे आइन दे विच दूसरी तरमीम करके जिस टाइम तुसां गैर मुस्लिम करार दे लिया, नॉन मुस्लिम करार दे लिया, वो फैसला वड्डा सी कि बकरियां दी गोश्त दा जिहड़ा फ्रिज चों कढ लियाउणा ये वड्डा वाक़या है। अन्ने नूं पुछो तो आखेगा जो जड़ वड्डण वाला काम तो सी जिहड़ा तुसीं सन 74 च कीता सी, ਉਹਦਾ कोई नतीजा निकलिया? ਉਹਦੇ नतीजे अहमदी पिंड छड्ड के टुर गए। ਉਹਦੇ नतीजे रब्बा जिहड़ा ਉਹਦੇ उत्ते 8 सड्डियां दा सुहागा जो लिया तुसां। ਉਹਦੇ नतीजे अहमदियां ने सोचना, खाना पीना, तरक्की करना, प्लान करना बंद कर दिता। अला हाजल क्यास उन्हां मतलब नस्लां पैदा होनियां बंद हो गई। उन्हां चों एक भी काम ना होया। ये बकरे जिहड़े ने उन्हां नाल हुण तुसीं दसो की विगड़ सकदा सी। लेकिन इहदे नाल एक चीज़ तुसां एस्टैबलिश कीती कि ना सिर्फ जिहड़ा तुसां पहला गंद कीता सी 74 च जिहड़ा आइन दी तरमीम करके नॉन मुस्लिम करार देने वाला फैसला करा दिता सी, वो बेअसर और उसका कोई नतीजा नहीं निकल सकिया तुहाडी अपनी नज़र च। अगर तुहाडी नज़र च वो कारगर फैसला सी, ਉਹਦੇ ਤੋਂ ਬਾਅਦ ਤੁਹਾਨੂੰ ਕੱਖ ਵੀ ਕਰਨ ਦੀ ਲੋੜ ਨਹੀਂ ਸੀ। ਜੜ ਹੀ ਵੱਢ ਛੜੀ, ਇਹ ਮੁੱਦਾ ਹੀ ਮੁਕਾ ਦਿੱਤਾ, ਉਹਨਾਂ ਨੂੰ ਗੈਰ ਮੁਸਲਿਮ ਹੀ ਕਰਾਰ ਦੇ ਦਿੱਤਾ। ਹੁਣ ਪਿੱਛੇ ਕੱਢੂ ਕੀ ਉਹ ਵਿੱਚੋਂ ਬਈ? ਇਹਦਾ ਮਤਲਬ ਇਹ ਕਿ ਤੁਹਾਡੇ ਆਪਣਾ ਜਿਹੜਾ ਹਾਰਟ ਆਫ ਦਾ ਹਾਰਟ ਹੈ, ਤੁਹਾਡਾ ਆਪਣਾ ਅੰਦਰੂਨਾ ਤੁਹਾਨੂੰ ਬੋਲ ਕੇ ਦੱਸਦਾ ਪਿਆ ਕਿ ਕੋਈ ਫਾਇਦਾ ਨਹੀਂ ਹੋਇਆ। ਉਸ ਦੇ ਬਾਅਦ ਉਹ ਜ਼ਿਆਉਲ ਹੱਕ ਵਾਲਾ ਆ ਗਿਆ, ਆਰਡੀਨੈਂਸ ਆ ਗਿਆ। अखीर सी अपने हिसाब से कोई ना सलाम कर सकते हैं, ना कलमा पढ़ सकते हैं, ना नमाज अजान दे सकते हैं। उतों के जंपल जोड़े ने वो उंजी नमाज भी पढ़ते हैं, वही कलमा ला इलाहा इल्लल्लाह मुहम्मद रसूलुल्लाह। और उन्होंने बदनामे ज़माना आर्डीनेंस का नाम दे के तुसां अपनी रियासत दे, अपने आइनी स्ट्रक्चर दे, अपने जिहड़े करता धरता ने उन्होंने सारिਆਂ ਦੇ ਮੂੰਹ ਉੱਤੇ ਕਾਲਖ ਮਾਰ ਲਈ। ਕਿਸੇ ਦੁਨੀਆ ਦੇ ਫੋਰਮ ਤੇ ਤੁਸੀਂ ਉਹਨੂੰ ਡਿਫੈਂਡ ਕਰਨ ਦੇ ਕਾਬਿਲ ਨਹੀਂ ਰਹੇ।
ਉਸ ਦੇ ਬਾਅਦ ਉਹਨਾਂ ਕਵਾਨੀਨ ਦੇ ਵਿੱਚ ਮਜ਼ੀਦ ਸਖਤੀ, ਉਹਦੇ 'ਚੋਂ ਤੋਹੀਨ ਦੇ ਕਵਾਨੀਨ ਕੱਢਣੇ। ਸਾਨੂੰ ਤਾਂ ਤੁਹਾਡੇ ਤੋਹੀਨ ਦੇ ਕਵਾਨੀਨ ਦਾ ਕੋਈ ਭਾਰ ਤਾਂ ਹੁੰਦਾ ਜੇ ਅਸੀਂ ਤੋਹੀਨ ਕਰਦੇ ਹੁੰਦੇ। ਤੇ ਮੈਂ ਪਹਿਲੇ ਦਿਨ ਦਾ ਦੱਸਣਾ ਕਿ ਮੌਲਵੀ ਦੇ ਅਸੀਂ ਬਿਲਕੁਲ ਸ਼ਾਤਮ ਆ, ਮੌਲਵੀ ਨੂੰ ਅਸੀਂ ਬਿਲਕੁਲ ਕੁਝ ਨਹੀਂ ਸਮਝਦੇ, ਔਰ ਮੌਲਵੀ ਦੀ ਤੋਹੀਨ ਸਿਰਫ ਅਸੀਂ ਕਰਨ ਜੋਗੇ ਹਾਂ, ਤੁਹਾਡੇ ਕੋਲ ਹੁੰਦੀ ਹੀ ਨਹੀਂ। ਤੇ ਅੰਬੀਆ ਤੇ ਰਸੂਲੁल्लाह सल्लल्लाहु अलैहि वसल्लम ਤੇ ਕੁਰਾਨ ਕਰੀਮ ਤੇ ਮਜ਼ਹਬ ਇਸਲਾਮ ਉਹਦੇ ਵਾਸਤੇ ਤੇ ਜਾਨ ਦਿੰਦੇ ਤੇ ਉਹਦੇ ਵਾਸਤੇ ਤੇ ਤੁਹਾਡੇ 'ਚ ਜਿਨ੍ਹਾਂ ਨੂੰ ਮਾਨ ਨਹੀਂ ਜੰਮ ਕੇ ਛੱਟਿਆ ਹੁੰਦਾ ਉਹਦੀ ਵੀ ਬਕਵਾਸ ਸੁਣੀ ਦੀ। ਹੋਰ ਅਸੀਂ ਕਿਉਂ ਉਹਦੀ ਤੋਹੀਨ ਕਰਨੀ? ਹਾਂ, ਉਹਨਾਂ ਤੋਹੀਨ ਦੇ ਕਵਾਨੀਨ ਦੇ ਨਤੀਜੇ 'ਚ ਜਿਹੜੀ ਹੁਣ ਤੱਕ ਦੀ ਸਿਚੁਏਸ਼ਨ ਹੈ ਉਹ ਇਹ ਵੇ ਕਿ ਅਹਿਮਦੀਆਂ ਨੂੰ ਵਿਕਟਮਾਈਜ਼ ਕਰਦੇ ਨੇ, ਉਹਨਾਂ ਦੀ ਤਾਦਾਦ ਬਣਦੀ ਹੈ 5, 10, 11, 15 ਇੱਥੋਂ ਤੱਕ। ਇਸ ਵਕਤ ਤੋਹੀਨ ਦੇ ਕੇਸਾਂ ਦੇ ਵਿੱਚ ਨੌਨ ਅਹਿਮਦੀ ਤੇ ਸਰਕਾਰੀ ਤੌਰ ਤੇ ਮੁਸਲਮਾਨ ਉਹ ਸੈਂਕੜਿਆਂ ਦੀ ਤਾਦਾਦ 'ਚ ਨੇ ਜਿਹੜੇ ਬੁੱਕ ਹੋਏ ਪਏ ਨੇ। ਉਹ ਜੇਲ੍ਹਾਂ 'ਚ ਨਾ ਉਹ ਮਿਲ ਲੱਗ ਗਈ ਹੈ ਹੁਣ ਏਜੰਸੀਆਂ ਦੀ ਤੇ ਇਦਾਰਿਆਂ ਦੀ। ਤੋਹੀਨ ਵਰਗਾ ਪਰਚਾ ਹੋ ਜੇ, ਬੜੇ ਪੈਸੇ ਉਹਦੇ 'ਚ। ਇਸ ਤਰ੍ਹਾਂ ਹੁਣ ਇਹ ਬੱਕਰਿਆਂ ਵਾਲਾ ਗੰਦ ਕਰਕੇ ਬਈ ਜਿਨ੍ਹਾਂ ਨੇ ਅਜ਼ਾਨ ਨਹੀਂ ਦਿੱਤੀ, ਜਿਨ੍ਹਾਂ ਨੇ ਮਤਲਬ ਆਪਣੇ ਆਪ ਨੂੰ ਉਹ ਮੁਸਲਮਾਨ ਨਹੀਂ ਲਿਖ ਸਕੇ ਆਪਣੇ ਪਾਸਪੋਰਟ ਜਾਂ ਆਪਣੇ ਸ਼ਨਾਖਤੀ ਕਾਰਡ ਦੇ ਫਾਰਮਾਂ 'ਚ, ਜਿਨ੍ਹਾਂ ਉਸ ਮੁਲਕ ਦੇ ਵਿੱਚ ਜੰਮ ਪਲ ਹੋ ਕੇ ਉੱਥੋਂ ਦਾ ਵੋਟ ਨਹੀਂ ਦੇ ਸਕੇ ਆਪਣੇ ਆਮ ਪਾਕਿਸਤਾਨੀ ਦੀ ਹੈਸੀਅਤ ਨਾਲ, ਉਹਨਾਂ ਬੱਕਰੇ ਫਾਇਦੇ ਦੇਣੇ ਨੇ। ਮਤਲਬ ਬੱਕਰਿਆਂ ਦਾ ਫਰਕ ਕੀ ਪੈ ਗਿਆ ਉਹਨਾਂ ਨੂੰ? ਹੋਈ ਕੁਰਬਾਨੀ ਨਾ ਹੋਈ, ਲੇਕਿਨ ਤੁਸੀਂ ਆਪਣੇ ਆਪ ਨੂੰ ਮੁਆਸ਼ਰਾ ਉਸ ਹੱਦ ਤੱਕ ਲੈ ਆਂਦਾ। ਔਰ ਇਹ ਕੁਝ ਚੀਜ਼ਾਂ ਹੁੰਦੀਆਂ ਨੇ ਕੁਦਰਤ ਦੱਸਦੀ ਹੈ ਆਪਣਾ ਆਪ। ਅੱਲਾਹ ਤਾਲਾ ਦੇ ਉਹ ਕੋਈ ਡਾਂਗਾ ਲੈ ਕੇ ਨਹੀਂ ਉਹ ਫਰਿਸ਼ਤੇ ਥੱਲੇ ਉਤਰੇ ਹੁੰਦੇ, ਉਹ ਬਾਜ਼ ਵਾਕਿਆਤ ਨੂੰ ਇਸ ਤਰ੍ਹਾਂ ਜੋੜ ਕੇ ਖੁਦਾ ਤਾਲਾ ਦੀ ਤਕਦੀਰ ਵਿਖਾਉਂਦੀ ਹੈ ਕਿ ਦੱਸ ਦਿੰਦੀ ਹੈ ਕਿ ਤੁਸੀਂ ਕਿੱਧਰ ਪੈ ਜਾਂਦੇ ਹੋ, ਹੁਣ ਤੁਹਾਡਾ ਹੋਣਾ ਕੀ ਹੈ। 3 ਦਿਨ ਤੁਸੀਂ ਲੱਗੇ ਰਹੇ ਤਮਾਸ਼ਬੀਨੀ, ਆਹ ਥੂ ਕੱਢ ਲਿਆਓ, ਬੱਕਰੇ ਫੜ ਲਿਆਓ ਜੀ। ਚੌਥਾ ਦਿਨ ਉਤੋਂ ਅਜੇ ਈਦੋਂ ਬਾਅਦ ਦਾ ਲੰਘਿਆ ਨਹੀਂ, ਸਵਾਤ ਦੇ ਵਿੱਚ ਜਿਉਂਦਾ ਜਾਗਦਾ ਬੰਦਾ ਤੀਲੀ ਲਾ ਕੇ ਅਗਲਿਆਂ ਸਾੜ ਛੜਿਆ। ਔਰ ਉਹ ਬੰਦਾ ਨਹੀਂ ਮੈਂ ਉੱਥੇ ਮਾਰ ਕੇ ਸਾੜਿਆ, ਉਹਨਾਂ ਤੁਹਾਡਾ ਸਿਸਟਮ ਪੂਰਾ, ਤੁਹਾਡਾ ਆਈਨ, ਤੁਹਾਡੇ ਰਿਆਸਤ, ਤੁਹਾਡੇ ਇਨਸਾਨੀ ਹਕੂਕ ਦਾ ਪੈਟਰਨ, ਤੁਹਾਡੀ ਐਡਮਿਨਿਸਟ੍ਰੇਸ਼ਨ, ਤੁਹਾਡੀ ਬਿਊਰੋਕ੍ਰੇਸੀ, ਏਜੰਸੀਆਂ, ਹਰ ਸ਼ੈ ਦੇ ਸਿਰ 'ਚ ਉਹਨਾਂ ਨੇ ਪੈਟਰੋਲ ਸੁੱਟ ਕੇ ਤੇ ਅੱਗ ਲਾ ਦਿੱਤੀ। ਤੁਸੀਂ ਕਰ ਕੁਝ ਨਹੀਂ ਨਾ ਸਕੇ। ਮੰਨ ਲਿਆ 1 ਮਿੰਟ ਵਾਸਤੇ, 1 ਲਮੇ ਵਾਸਤੇ ਮੰਨ ਲਿਆ ਉਹ ਬੰਦਾ ਮੁਜਰਮ ਸੀ। ਮੁਜਰਮ ਨੂੰ ਸਜ਼ਾ ਕਿਹਨੇ ਦੇਣੀ ਹੁੰਦੀ? ਮੌਬ ਨੇ, ਰਿਆਸਤ ਨੇ। ਰਿਆਸਤ ਨੂੰ ਕੋਈ ਤਕਲੀਫ ਹੋਈ? ਕੋਈ ਨਾ। ਰਿਆਸਤ ਮੌਬ ਕੋਲੋਂ ਛੁਡਵਾ ਕੇ ਖੋ ਕੇ ਉਹਨੂੰ ਸਜ਼ਾ ਦੇ ਸਕਦੀ ਸੀ। ਇੱਕ ਵਾਰੀ ਲੈ ਜੂ ਗਏ ਸਨ ਪੁਲਿਸ ਵਾਲੇ। ਤੁਸੀਂ ਕੋਈ ਜੰਮੇ ਹੁੰਦੇ, ਤੁਹਾਡਾ ਕੋਈ ਮਾਂ ਪਿਓ ਹੁੰਦਾ, ਤੁਹਾਡਾ ਕੋਈ ਅੱਗਾ ਪਿੱਛਾ ਹੁੰਦਾ, ਤੁਹਾਡੇ ਪੈਰਾਂ ਥੱਲੇ ਕੋਈ ਜ਼ਮੀਨ ਹੁੰਦੀ, ਤੇ ਜਿਹੜਾ ਖਿੱਤਾ ਪਾਕਿਸਤਾਨ ਦੀ ਜਿਓਗ੍ਰਾਫੀਕਲ ਬਾਉਂਡਰੀ ਦੇ ਅੰਦਰ ਆਉਂਦਾ, ਉੱਥੋਂ ਦੇ ਥਾਣੇ ਕੋਲ ਖੋ ਕੇ ਕਿਵੇਂ ਲੈ ਗਿਆ ਬੰਦਾ ਤੁਹਾਡੇ ਕੋਲ? ਮਰ ਨਾ ਗਏ ਉਦੋਂ ਤੁਸੀਂ? ਉਹ ਅੱਲਾਹ ਤਾਲਾ ਨੇ ਦੱਸ ਦਿੱਤਾ ਕਿ ਇਹ ਫਰਿੱਜਾਂ ਦੇ ਵਿੱਚੋਂ ਰੇਡ ਕਰਨ ਵਾਲੇ ਜਿਹੜੇ ਸਨ ਨਾ, ਇਹਨਾਂ ਚਵਲਾਂ ਦੀ ਇਹ ਹੈਸੀਅਤ ਹੈ ਬੁਨਿਆਦੀ ਤੌਰ ਤੇ। ਇੱਕ ਤਮਾਸ਼ਾ ਤੁਹਾਡਾ ਦਿਲ 'ਚ ਹੈ ਸੀ ਕਿ ਬੱਕਰੇ, ਕੱਪੜੇ, ਈਦਾਂ, ਗੱਡੀਆਂ, ਘਰ ਬੂਏ, ਕਾਰੋਬਾਰ, ਪੈਸੇ, ਅੱਗੇ ਪਿੱਛੇ ਸਾਰਾ ਕੁਝ ਰੱਖਣ ਵਾਲੀ ਕਮਿਊਨਿਟੀ ਹੈ, ਤੇ ਇੰਜ ਵੀ ਕੋਈ ਨਹੀਂ ਵੀ ਕੋਈ ਸ਼ੂਦਰ ਕੱਢ ਕੇ ਲੈ ਆਉਂਦੇ ਨੇ ਤੁਸੀਂ ਕਿਸੇ ਪਾਸੋਂ। ਨਾ ਲੈ ਕੇ ਵੇਖੋ ਜਿੰਨੀਆਂ ਤੁਹਾਡੀਆਂ ਕੌਮਾਂ ਨੇ ਉਹ ਸਾਰੀਆਂ ਹੀ ਉਹਨਾਂ ਸਾਰਿਆਂ 'ਚੋਂ ਅਹਿਮਦੀ ਨੇ। ਇੱਕ ਦਾ ਨਾਂ ਲੈ ਕੇ ਦਿਓ ਤੁਸੀਂ ਮੈਨੂੰ ਜਿਨ੍ਹਾਂ 'ਚੋਂ ਅਹਿਮਦੀ ਨਹੀਂ ਨੇ, ਔਰ ਉਹ ਹੀ ਸਾਰੇ ਪਿਓ ਦਾਦਾ ਮਗਰੋਂ ਹੈ। ਤੇ ਜਿਵੇਂ ਤੁਹਾਡਾ ਦਿਲ ਸੀ ਉਂਝ ਹੋਇਆ ਨਹੀਂ ਕਿ ਵੇ ਜਲੂਸ ਨਿਕਲਣ ਦੇ ਅੱਗੋਂ ਬੰਦੂਕਾਂ ਲੈ ਕੇ ਪੈ ਜਾਣ ਤੇ ਤੁਹਾਡੀ ਆ ਜਾਓ ਵਿਸ਼ਾਵਾ ਜਾ ਵੇਖਿਓ ਜੇ। ਉਹ ਕੰਮ ਹੋਇਆ ਕੋਈ ਨਾ। ਉਹ ਇਧਰੋਂ ਫੜ, ਉਹਨੂੰ ਫੜ, ਉਹਦੇ ਪਰਚਾ ਦੇ, ਉਹਨੂੰ 3 ਦਿਨ ਵਾਸਤੇ ਫੜ, ਉਹਨੂੰ 7 ਦਿਨ ਵਾਸਤੇ ਫੜ, ਉਹਨੂੰ ਛੱਡ ਦੇ, ਉਹਨੂੰ ਬੰਨ ਲਓ। ਉਸ ਤਮਾਸ਼ਬੀਨੀ ਦੇ ਵਿੱਚ ਉਹ ਵਕਤ ਲੰਘ ਗਿਆ, ਲੇਕਿਨ ਜਿਹੜਾ ਕੰਮ ਤੁਹਾਡੇ ਨਾਲ ਸਵਾਦ 'ਚ ਹੋ ਗਿਆ ਹੁਣ ਉਹਦਾ ਕੀ ਜਵਾਬ ਹੈ? ਅੱਜ ਉਸ ਵਾਕਿਏ ਨੂੰ ਦਿਨ ਗੁਜ਼ਰ ਗਏ ਨੇ ਨਾ। ਸੁਪਰੀਮ ਕੋਰਟ ਨੇ ਉਹਦੇ ਤੇ ਕਿਹੜਾ ਸੋ ਮੋਟੋ ਲੈ ਲਿਆ ਕਿ ਇਹ ਮਾਵਰਾਏ ਅਦਾਲਤ ਕਤਲ ਹੋਇਆ ਬਈ।
पार्लीमेंट कादर पटेल बक-बक कर रहा है और वह इंज जिवें कोई नशे ही लगा है पार्लीमेंट च। तेरे इलम में इन्ना गल नहीं कि भी भुट्टो जिहड़ा सी जी उहदी मगफरत इहदे नाल होनी है। अल्लाह दे बंदे, अल्लाह ताला दा रसूल ते कुरान मगफरत के कुछ होर तरीके दसदा पिया। पूरा कुरान शरीफ पढ़ लो, उहदे मगफरत वास्ते जिहड़ियां चीज़ां अल्लाह ताला ने बयान कीतियां ने उन्हां च अहमदियां नूं खत्मे नबूवत तो काफर करार देण दा जिहड़ा क्लाज है यह किते भी नहीं। वो फ्लोर ऑफ द हाउस के उत्ते असैंबली, नैशनल असैंबली च खड़ा होकर कह रहा कि भुट्टो मरण तो पहला अपनी मगफरत का जरिया अहमदियां दे उत्ते इस सैकेंड अमेंडमेंट के फैसले नूं करार दे रहा सी। भुट्टो ते तू रल के जे, बल्कि पिछे जिहड़े ठप ठप करके पिछे ताड़ियां बजाण वाले जी, वो जो चवलों का विआह ते खच्चां नचण आईयां, कादर पटेल जिहड़ा मगफरत की डेफिनेशन पे करदा ते मगर डेस्क बजाण वाले वो खच्चां बैठियां ने। किहड़ी रह गई भी असैंबली? हुण मैन कादर पटेल तू दस, ध्यान नाल करके मौलवी सारे लभ लिया तो उन्होंने को पुछ के मैनूं एक गल दस कि मगफरत दे वास्ते खुदा ते खुदा दे रसूल ने कुछ जरिए दसे ने। उन्हां जराए दे विच सैकेंड अमेंडमेंट का फैसला किसी मुल्क का वजीर आजम अपने आइन दे विच कोई तरमीम करे, इनू मगफरत का जरिया कित्थे करार दिता गया कुरान शरीफ? या कुरान है आयत नवी वाड़नी जे तो या मन में तुम चवड़ा मार दो, तुम है खच्चा हो, तुहाडे पल्ले रह कुछ नहीं गया। जदों असैंबली ते मैंबराने असैंबली ते उन्हां दे वड्डे वड्डे जिहड़े मेरे कायद ने, वो तेरे मेरे कायद ते तुसीं ऐ कुछ हो सारे। यानी जी भुट्टो अपनी मगफरत का जरिया जिहड़ा वो सैकेंड अमेंडमेंट नूं समझदा है। बई भुट्टो तो तू समझदे भी हो, खुदा ते खुदा दा रसूल नहीं ना समझ रहे। मगफरत तो हुंदी अल्लाह ताला ने करनी, मगफरत तो हुंदी है जिहड़ी खुदा दे रसूलां ने वजह दसी उन्हां नाल, उन्हां जराए नाल। उन्हां जराए दे विच सैकेंड अमेंडमेंट वाला जिक्र कोई नहीं। ते तुसीं लई फिरो जे कोण वाले हुंदे ते खाण वाले, तुसीं टुन्न हो के खलोते रहो असैंबली के फ्लोर ते, थोड़ी मगफरत तो फिर भी हो जाती है, मगर ढोल बजता रहे सही बस। इस वास्ते इस कमीना खसलत जिहड़ा मुआशरा और सिस्टम बन चुका है, उहदे च किहड़े बकरे ते किहड़ियां कुर्बानियां ते किहड़ा, हाँ जिहड़ी कुर्बानी देंदे पे हैं ना, वो जिदन तुसां दित्ती उदन सानूं दस्सिया जी। तहरीके लबैक, इन्हां लबैकियां नूं पैदा करने वाली एजेंसियां और इन्हां ते कंड ते हथ फेरन वाले सियासी सिस्टम और इन्हां सारियां दी फैसिलिटेटर ब्यूरोक्रेसी, ये सारे रल के मैनूं दसो 5 नस्लां मैनूं विखाणियां ने तुसां, किहड़ा तुहाडे चों जिहड़ा 5 नस्लां तो माली कुर्बानी कर रहा, किहड़ा तुहाडे चों जिहड़ा 5 नस्लां तो या 6 नस्लां तो तजलील फेस कर रहा खुदा दी खातिर, और किहड़ा तुहाडे चों जिहड़ा ये अज दावा कर सकता है कि रब्बा ना इन्ना ना समय ना मुनादी युनादी लिल ईमान है। ऐ अल्लाह से सुनी सी आवाज़ तेरे लोग को बुलांदा सी पिया, आंदा सी अन आमिनू बि रब्बिकुम, मन्नोगे अपने रब नूं, पा मन्ना असी मान लिया। ये गवाही देने वाले अपना बंदे विखाओ कित्थे जे, ये तुहाडे कोल कोई नहीं। तो जो जे सरहद के पार हो हिंदुत्व वाले जिहड़े ने वो गावां ते गोश्त ते रेट पे करते हैं, तुसीं बकरियां दे पे करते हो। इकबाल ने जिहड़ा कहा सी ना थोड़े शायर मशरक ने, वज़ा में तुम हो निसारा तो तमद्दन में हनूद। वेखण तुसीं तुहाडी जिहड़ी विखाली है वो ईसाइयां वाली है, नसरानियां वाली, और तमद्दन जिहड़ा तुहाडा बहन उठन ते तुहाडा वसेब है वो हिंदुआं वाला। वज़ा में तुम हो निसारा तो तमद्दन में हनूद। ये मुसलमान हैं जिन्हें देख के शर्माए यहूद। जो यहूदी इस वक्त पे करते ने फलस्तीन च गजा ते, वही हरकत तुसीं वसदे पाकिस्तान च कीती है ना, कुर्बानी नहीं कर सकते जी, ईद नहीं पढ़ सकते जी।
तो भाई तुसी जो कुछ है हो ना, वो थोड़े माई बाप थोड़े हकीमुल उम्मत ने बहुत अरसा पहला तो दस छड़िया सी कि वज़ा में तुम हो नसारा तो तमद्दन में हुनूद। ये मुसलमान हैं जिन्हें देख के शर्माए यहूद। तो रहा सवाल साडा, असी जिन्हां नाल रिजेंबलेंस तुहानूं दित्ती जा रही है तुहाडे शायरे मशरक के थ्रू, उन्हां यहूदियां, उन्हां हिंदुआं, उन्हां नसारा नाल सारी दुनिया साडा वाह है। तो जे असी ओरीजिनल तो नाल सानूं भार कोई नहीं, तो तुसीं जिहड़े 2 नंबर ते उन्हां दी अगली सैकेंड कापी हो, तुहाडी सानूं की परवाह है भी। जे असल यहूदी, असल हिंदू, असल अनूद और असल जिहड़े ईसाई ने, उन्हां नूं असीं पूरी दुनिया ते फेस कर लिया ते जिउंदे रहे, तो तुसीं ते छटाकी हो। अपना भाई शौक पूरा करो, लेकिन ये तवक्को ना रखो कि इन्हां हरकतां नाल मतलब कोई तुहानूं विनिंग टैक्टिक्स तुहानूं लभ जाने ने। हार बाहर आले दे शाम तुहाडे कोल इक्को ही तरीका सी, अगर तुसीं जितना हुंदा, अगर तुसीं फतह याब हुंदे 74 च तुसीं हो चुके सो। 74 तो बाद अज दे दिन तक कुर्बानी दे बकरियां ते छापे ते फ्रिजां चों गोश्त कड्ढण तक, हुण भाई हर दिन तुहाडी नाकामी दा, जिल्लत दा। और साढ़े वास्ते तो इस वास्ते मसला कोई नहीं कि अगे ये असां भार चुकिया ही सोच समझ के सी, ये काम तो होने ने। अगे किहड़े नबियां दे मनण वाले ने जिन्होंने बड़ी इज्जत नाल मुआशरे ने ट्रीट किया, और किहड़े नबी दे मनण वाले ने जिन्हां दे विच ये तारीख च नहीं मिलता सारा कुछ जो तुसीं करदे पे हो। तो जो पिछलियां नाल होया तो साडे नाल क्यों नहीं सी होना? तो जे पिछले अज तक नाकाम नहीं होए तो असां क्यों खैरी सलाह होना भी नाकाम? तो जे पिछले मुखालफीन अंबिया दे विचों एक भी नहीं कामयाब होया, तो तुहाडे मूँह कित्थों मतलब बहुते सोहणे ने भी तुसां जरूर कामयाब होना, तुसां जलील होना है। और ये हरकतां दसदियां ने कि तुसीं अपनी जिल्लत तस्लीम कीती बैठे हो। लगे रहो, शाबाश। हुण तो तुहानूं एंड ते अल्लाह दे हवाले आखण ते भी दिल नहीं करता, लेकिन बहरहाल अल्लाह दे हवाले। अस्सलाम वालेकुम।